ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। तेरे कवन कवन गुण कह कहे गावा, तू साहिब गुणी निधाना। तुमरी महिमा वर्णना साकूं, तू ठाकुर ऊच भगवाना। तुमरी महिमा वर्णना साकूं, तू ठाकुर ऊच भगवाना। जुगो जुग अटल। धन धन गुरु ग्रंथ साहिब जी, गुरु पातशाह जी की अपर अपार मेहरामत असी घरां थावां तो ਟੈਲੀਵਿਜ਼ਨ ਰਾਹੀਂ ਜਾਂ ਹੋਰ ਮੀਡੀਆ ਸੋਰਸਿਸ ਰਾਹੀਂ ਗੁਰਸ਼ਬਦ ਦੀ ਆਭਾ ਦੇ ਨਾਲ ਇਸ ਸੰਗਤ ਦਾ ਹਿੱਸਾ ਬਣ ਰਹੇ ਹਾਂ। ਵਡਭਾਗਤਾ ਹੈ। ਅਜੇ ਹੁਣੇ ਗੁਰਬਾਣੀ ਕੀਰਤਨ ਆਪ ਸਰਵਨ ਕਰ ਰਹੇ ਸੀ। ਜਿਵੇਂ ਕਿ ਆਪ ਵਾਕਫਿਤ ਰੱਖਦੇ ਹੋ, ਇਹ ਦਿਨ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਖਾਸ ਤੌਰ 'ਤੇ ਸਾਕਾਏ ਚਮਕੌਰ, ਸਾਕਾਏ ਸਰਹਿੰਦ, ਉਹਨਾਂ ਦੀ ਅਸੀਂ ਯਾਦ ਵਿੱਚ ਇਹ ਦਿਨ ਬਤੀਤ ਕਰਦੇ ਹਾਂ। ਆਪਣੇ ਗੁਰਦੁਆਰੇ ਦੀ ਹਦੂਦ ਵਿੱਚ ਘਰਾਂ ਥਾਵਾਂ 'ਤੇ ਆਪਣੇ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ, ਉਹਨਾਂ ਨੂੰ ਸ਼ਰਧਾ ਦੇ ਪੁਸ਼ਪ ਅਰਪਿਤ ਕਰਦੇ ਹਾਂ, ਆਪਣੀ ਅਕੀਦਤ ਅਦਾ ਕਰਦੇ ਹਾਂ। ਸੋ ਗੁਰਸਥਾਨ ਤੋਂ ਵੀ ਕਾਫੀ ਸੁਚੱਜੇ ਢੰਗ ਨਾਲ ਪ੍ਰੋਗਰਾਮ ਉਲੀਕੇ ਨੇ। ਹੁਣ ਇਸੇ ਪ੍ਰਥਾਏ ਗੁਰਬਾਣੀ ਦੀ ਕਥਾ ਹੋਏਗੀ। ਉਪਰੰਤ ਉੱਘੇ ਰਾਗੀ ਆਪ ਜੀ ਨੂੰ ਗੁਰਬਾਣੀ ਕੀਰਤਨ ਅਤੇ ਹੋਰ ਰਚਨਾਵਾਂ ਰਾਹੀਂ ਆਪ ਜੀ ਨੇ ਸੇਵਾ ਵਿੱਚ ਹਾਜ਼ਰ ਹੋਣਗੇ। ਆਪਾਂ ਉਸ ਸਮੇਂ, ਉਸ ਕਾਲ ਵਿੱਚ ਜੋ ਤਵਾਰੀਖ ਆਪਣੇ ਆਗੋਸ਼ ਵਿੱਚ ਲੈ ਕੇ ਬੈਠੀ ਹੈ, ਉਸ ਰੰਗ ਨੂੰ ਵੇਖ ਰਹੇ ਹਾਂ। ਨਾਲ ਨਾਲ ਗੁਰੂ ਸ਼ਬਦ, ਗੁਰੂ ਉਪਦੇਸ਼ ਦੇ ਰਿਸ਼ਮਾ ਉਹਨਾਂ ਨੂੰ ਮਾਣਿਆ ਜਾ ਰਿਹਾ ਹੈ। ਅਤੇ ਅੱਜ ਦੇ ਮਾਡਰਨ ਕੌਂਟੈਕਸਟ ਵਿੱਚ ਇਹ ਸਾਰੀ ਬਾਤ ਨੂੰ ਅਸੀਂ ਉਸ ਪਰਿਪੇਖ ਵਿੱਚ ਸਮਝਣ ਲਈ ਵੀ ਯਤਨਸ਼ੀਲ ਹਾਂ। ਸੋ ਆਓ ਗੁਰੂ ਫਤਿਹ ਦੀ ਸਾਂਝ ਦੇ ਨਾਲ ਵਿਚਾਰ ਪ੍ਰਾਰੰਭ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਨੰਦ ਸਾਹਿਬ ਦੀ ਰਚਨਾ ਵਿੱਚੋਂ ਅਸੀਂ ਪੜ੍ਹੀਏ तो जिक्र करते हैं कि आओ संत प्यारियो, कथ की करें कहानी कथ केरी कित द्वारे पाई है। तन मन धन सब सौंप गुरु को, हुक्म मन्ने है पाई है। हुण जिहड़ी बात आ, आओ संत प्यारियो, अकथ की करें कहानी। अकथ कहानी, कुछ कहानियां ऐसियां ने जिहड़ियां ना कदी कहियां होंदियां ने, ना कदी सुनियां होंदियां ने। ਇਸ ਕਰਕੇ ਉਹਨਾਂ ਨੂੰ ਮੈਜਰ ਕਰਨ ਦਾ, ਮਪਾਇਸ਼ ਕਰਨ ਦਾ, ਨਾਪਣ ਦਾ, ਉਹਨਾਂ ਨੂੰ ਸਹੀ ਜਾਂ ਗਲਤ ਪਰਖਣ ਦਾ ਸਾਡੇ ਕੋਲ ਕੋਈ ਮੈਜਰਮੈਂਟ, ਕੋਈ ਥਰਮਾਮੀਟਰ ਹੀ ਨਹੀਂ ਹੁੰਦਾ। ਜਿਹੜੇ ਸਿੱਖ ਇਤਿਹਾਸ ਦੇ ਬਹੁਤੇ ਰੰਗ ਨੇ ਉਹ ਇਸ ਕਿਸਮ ਦੇ ਨੇ। ਸਮ ਟਾਈਮ ਪੀਪਲ ਲਿਟਰਲੀ ਸੇ ਇਟਸ ਟੂ ਗੁੱਡ, ਟੂ ਰਾਈਟ ਟੂ ਬਲੀਵ। ਇੰਨਾ ਠੀਕ, ਇੰਨਾ ਸੱਚ ਵੀ ਹੋ ਸਕਦਾ ਹੈ, ਭਈ ਇੰਨਾ ਹੀ ਸੱਚ ਤੇ ਇੰਨਾ ਹੀ ਠੀਕ ਹੈ। ਇਹਦਾ ਇਤਿਹਾਸ ਗਵਾਹ ਆ। ਤੇ ਜਦੋਂ ਮੈਂ ਇਤਿਹਾਸ ਦੀ ਗੱਲ ਕਰਦਾ ਹਾਂ, ਕੋਈ 300 ਸਵਾ 300 ਸਾਲ ਪਹਿਲਾਂ ਹੋਈਆਂ ਗੱਲਾਂ ਕੋਈ ਬਹੁਤ ਐਂਸ਼ੀਅੰਟ ਹਿਸਟਰੀ ਨਹੀਂ ਹੈ। ਇਹ ਤੇ ਇਟਸ ਕੰਪਲੀਟਲੀ ਪਾਰਟ ਆਫ ਦ ਮਾਡਰਨ ਹਿਸਟਰੀ। ਜੇ ਆਪਾਂ ਦੇਖੀਏ 1604 ਦੇ ਈਸਟ ਇੰਡੀਆ ਕੰਪਨੀ ਇੰਡੀਆ ਦੇ ਇੱਕ ਸ਼ੋਰ 'ਤੇ ਜਾ ਕੇ ਲੱਗਦੀ ਹੈ। ਅਤੇ ਉਹਦੀਆਂ ਜਿਹੜੀਆਂ ਮਿੰਟ ਬੁੱਕਸ ਨੇ, ਡੇ ਟੂ ਡੇ ਮੀਟਿੰਗਸ ਦੀਆਂ ਡਾਇਰੀਜ਼, ਸਾਰਾ ਕੁਝ ਅਵੇਲੇਬਲ ਆ।
ਮਿਊਜ਼ੀਅਮ ਬਣੇ ਨੇ ਪੂਰੇ ਦੇ ਪੂਰੇ। ਤੁਸੀਂ ਜਾ ਕੇ ਦੇਖੋ, ਡੇ ਟੂ ਡੇ ਐਕਟੀਵਿਟੀ, ਇੱਕ ਇੱਕ ਚੀਜ਼ ਪਤਾ ਲੱਗਦਾ ਕੱਲ੍ਹ ਦੀ ਗੱਲ ਹੈ ਸਾਰੇ ਦੀ ਸਾਰੇ। ਜੇ ਆਪਾਂ ਸੋਰਸਸ ਨੂੰ ਚੈੱਕ ਕਰਦੇ ਹਾਂ, ਸੀਨੇ ਬਸੀਨੇ, ਜੇ ਅਸੀਂ ਇੰਨੇ ਸਮੇਂ 'ਚ ਪਿਛਲੇ ਸਮੇਂ 'ਚ ਦੇਖੀਏ ਤਾਂ 20-25 ਜਨਰੇਸ਼ਨ ਪਿੱਛੇ ਜਾਣ ਦੀ ਲੋੜ ਹੈ, ਜ਼ਿਆਦਾ ਨਹੀਂ। ਸੋ ਇੰਨੀਆਂ ਜਨਰੇਸ਼ਨ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਰਾ ਕੁਝ ਸੀਨੇ ਬਸੀਨੇ ਤੁਰਿਆ ਹੁੰਦਾ, ਜੇ ਨਾਲ ਤੇ ਹੈ ਸਾਡੀ ਝੋਲੀ ਸਾਡੇ ਦਾਮਨ 'ਚ ਤੇ ਪਿਆ ਆ। ਅਜੇ ਇੰਝ ਲੱਗਦਾ ਸਾਡੇ ਲੱਕੜ ਦਾਦੇ ਤੇ ਲੱਕੜ ਦਾਦਿਆਂ ਦੇ ਜਿਵੇਂ ਗ੍ਰੇਟ ਗ੍ਰੈਂਡ ਪੇਰੈਂਟਸ, ਉਹਨਾਂ ਦੇ ਗ੍ਰੇਟ ਗ੍ਰੈਂਡ ਪੇਰੈਂਟਸ, ਉਹਨਾਂ ਦੇ ਆਪ ਐਕਸਪੀਰੀਅੰਸ ਕੀਤਾ, ਫੀਲ ਕੀਤਾ, ਇੰਜੋਏ ਇਹ ਸਾਰੇ ਨੂੰ ਕੀਤਾ, ਪਾਰਟ ਰਹੇ ਨੇ ਉਹ ਸਾਰਾ ਇਸ ਰੂਪ ਦੇ ਵਿੱਚ। ਪਰ ਹੈ ਬੰਦੇ ਦੇ ਭਾਵੇਂ ਉਹ ਰੈਸ਼ਨਲ ਸਾਈਡ ਤੋਂ ਆ ਜਾਏ, ਭਾਵੇਂ ਉਹ ਦੁਨੀਆਦਾਰੀ ਦੇ ਪੱਖ ਤੋਂ, ਮੈਨੂੰ ਵੀ ਟਰਾਈ ਟੂ ਮੈਜਰ ਐਵਰੀਥਿੰਗ ਅਕੋਰਡਿੰਗ ਟੂ ਇਨ ਆਵਰ ਵਰਲਡਲੀ ਸਟੈਂਡਰਡ, ਜਿਹੜਾ ਦੁਨੀਆ ਦਾ ਸਟੈਂਡਰਡ ਬਣਿਆ ਆਪਣੇ ਤੌਰ 'ਤੇ, ਅਤੇ ਜਿਹਨੂੰ ਅਸੀਂ ਕਾਮਨ ਸਟੈਂਡਰਡ ਕਹਿ ਸਕਦੇ ਹਾਂ, ਉਹ ਸਾਰੇ ਦੇ ਵਿੱਚ ਇਤਨਾ ਹਾਇਰ ਲੈਵਲ ਦੀ ਗੱਲ ਆ, ਬੰਦਾ ਕਈ ਵਾਰੀ ਬਿਲੀਵ ਨਹੀਂ ਕਰ ਸਕਦਾ। ਆਪਾਂ ਆਓ ਸੰਤ ਪਿਆਰਿਓ ਉਸ ਅਕਥ ਕੀ ਕਹਾਣੀ ਦੇ ਨਾਲ ਅਸੀਂ ਜੁੜ ਰਹੇ ਹਾਂ। ਬੀਤੇ ਕੱਲ ਜੋ ਮੈਂ ਵਿਚਾਰ ਕਰ ਰਿਹਾ ਸੀਗਾ, ਉਹਦੇ 'ਚ ਬਿਲਾਸਪੁਰ, ਮੰਡੀ, ਆਲ ਦਾ ਵੇ ਜਿਹੜਾ ਹੈਗਾ ਆ ਕਾਂਗੜ ਤੱਕ, ਇਹ ਸਾਰੇ ਪਹਾੜੀ ਰਾਜੇ ਇਕੱਠੇ ਹੋਏ। ਨਾਲ ਦੀ ਨਾਲ ਜਿਹੜੇ ਆਲੇ ਦੁਆਲੇ ਦੇ ਸੂਬੇ ਸੀਗੇ, ਜਿਵੇਂ ਸੂਬਾ ਸਰਹਿੰਦ ਹੈ, ਸੂਬਾ ਲਾਹੌਰ ਹੈ, ਉਹਦੇ ਪਰਲੇ ਪਾਸੇ ਸੂਬਾ ਮੁਲਤਾਨ, ਇੱਥੋਂ ਦੀਆਂ ਫੌਜਾਂ ਇਕੱਠੀਆਂ ਕੀਤੀਆਂ ਗਈਆਂ। ਖਾਸ ਰੂਪ ਦੇ ਵਿੱਚ ਜਿਹੜਾ ਅਸਲ ਮੁਲਕ ਦਾ ਜਿਹਨੂੰ ਕਿਹਾ ਜਾਏ ਕਿ ਕਰਤਾ ਧਰਤਾ ਔਰੰਗਜ਼ੇਬ ਆ, ਉਹਨੂੰ ਸਪੈਸ਼ਲ ਤੌਰ 'ਤੇ ਚਿੱਠੀਆਂ ਖਤ ਮੁਬੱਤ ਲਿਖ ਕੇ, ਉਹਨੂੰ ਰਿਪੋਰਟਾਂ ਭੇਜ ਕੇ ਉਹਦੇ ਕੋਲੋਂ ਵੱਡੀ ਮਦਦਾਂ, ਉਹਦੇ ਕੁਮਕਾਂ ਮੰਗਾਈਆਂ ਗਈਆਂ ਸਭ ਚੀਜ਼ਾਂ ਦੇ ਵਿੱਚ। ਅਤੇ ਸਭ ਕਰਕੇ ਗੁਰੂ ਪਾਤਸ਼ਾਹ ਦੇ ਖਿਲਾਫ ਅਨੰਦਪੁਰ ਸਾਹਿਬ ਦੀ ਧਰਤੀ ਦੇ ਆਲੇ ਦੁਆਲੇ ਇੱਕ ਵੱਡਾ ਘੇਰਾ ਬਣਾਇਆ ਗਿਆ। ਬੜੀਆਂ ਜੰਗਾਂ ਹੋਈਆਂ, ਛੋਟੀਆਂ ਵੱਡੀਆਂ, ਬਹੁਤ ਸਰੂਪ ਦੇ ਵਿੱਚ। ਅਖੀਰ ਕਰਦਿਆਂ ਉਹਨਾਂ ਦੀ ਪੇਸ਼ ਕੋਈ ਨਹੀਂ ਜਾ ਰਹੀ। ਇਸ ਸਿੱਲੀ ਬੜੀ ਪਹਾੜੀ ਸ਼ਿਵਾਲਿਕ ਦੀਆਂ ਤਲਹੱਟੀ ਤੇ ਪਹਾੜੀ ਦੇ ਵਿੱਚ ਠੰਡ ਦੀ ਇੰਤਹਾ ਦੇ ਵਿੱਚੋਂ ਜਿਹੜੇ ਨੇ ਘੇਰੇ ਦੇ ਵਿੱਚ ਲਗਾਤਾਰ ਘੇਰਾ ਵਧਾਉਂਦਿਆਂ ਪਰ ਅਖੀਰ ਉਹ ਆਖਰਕਾਰ ਘੇਰਾ ਪਾਉਂਦੇ ਵੀ ਅੱਕ ਚੱਲੇ ਨੇ, ਥੱਕ ਚੱਲੇ ਨੇ। ਪਰ ਹੁਣ ਇਹ ਹੈ ਕਿ ਕੀ ਕੰਮ ਕੀਤਾ ਜਾਏ। ਕਹਿੰਦੇ ਨੇ ਜਿਹੜੇ ਲੋਕ ਸਿਆਸੀ ਜਾਂ ਜਿਹਨਾਂ ਲੋਕਾਂ ਨੇ ਜ਼ਮੀਰ ਫਰੋਸ਼ਕੀ ਕੀਤੀ ਹੋਈ, ਹਰਬਾਂ ਵਰਤਦੇ ਨੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ, ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਆਪਣੀ ਜਿੱਤ ਨੂੰ ਸਥਾਪਿਤ ਕਰਨ ਵਾਸਤੇ। ਸੋ ਇਸ ਸਾਰੇ ਦੇ ਵਿੱਚ ਉਹਨਾਂ ਨੇ ਝੂਠੀਆਂ ਸਹੁੰਆਂ ਖਾਧੀਆਂ। ਮਤਲਬ ਹਾਲਾਂਕਿ ਮੈਂ ਅੱਜ ਹੀ ਮਹਿਮਾ ਪ੍ਰਕਾਸ਼ ਦੇ ਕੁਝ ਰੰਗ ਪੜ੍ਹ ਰਿਹਾ ਸੀ, ਕੁਝ ਗੁਰੂ ਬਿਲਾਸ ਪਾਤਸ਼ਾਹ 10ਵੀਂ ਦੇ ਰੰਗ ਪੜ੍ਹ ਰਿਹਾ ਸੀਗਾ। ਉਹਦੇ 'ਚ ਜ਼ਿਕਰ ਮਿਲਦਾ ਹੈ ਕਿ ਉਹ ਗਊ ਦੀ ਸਹੁੰ ਖਾ ਕੇ, ਆਟੇ ਦੀ ਗਊ ਬਾਅਦ 'ਚ ਬਣਾਈ, ਕਹਿੰਦੇ ਪਹਿਲਾਂ ਵੈਸੇ ਗਊ ਦੀ ਸਹੁੰ ਖਾ ਕੇ ਗੁਰੂ ਸਾਹਿਬ ਦੇ ਕੋਲ ਭੇਜਦੇ ਨੇ ਪੰਮੇ ਪ੍ਰੋਹਤ ਨੂੰ, ਅਸੀਂ ਗਊ ਦੀ ਸਹੁੰ ਖਾਂਦੇ ਹਾਂ ਕਿ ਅਸੀਂ ਕੋਈ ਦੁਸ਼ਮਣੀ ਨਹੀਂ ਰੱਖਦੇ, ਤੁਸੀਂ ਬਸ ਕਿਲ੍ਹਾ ਛੱਡ ਦਿਓ। ਅਤੇ ਅਸੀਂ ਇਸ ਕਿਸਮ ਦੀ ਬਾਤ ਸਾਰੀ ਹੋ ਰਹੀ ਹੈ। ਅਤੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦੀ ਜੀ ਬੇਬੇ ਨਾਨਕੀ, ਮਾਤਾ ਨਾਨਕੀ ਜੀ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸੀਗੇ, ਉਹਨਾਂ ਤੱਕ ਵੀ ਬਾਤ ਪਹੁੰਚਾਏਗੀ। ਅਤੇ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਬਾਤ ਕਹੀ ਵੀ। ਗੁਰੂ ਬਿਲਾਸ ਪਾਤਸ਼ਾਹ 10ਵੀਂ ਵਾਲੇ ਲਿਖਦੇ ਨੇ ਕਿ ਜਦੋਂ ਗਊ ਦੀ ਸਹੁੰ ਖਾ ਰਹੇ ਨੇ ਤੇ ਗੁਰੂ ਸਾਹਿਬ ਹੱਸ ਕੇ ਕਹਿੰਦੇ ਗਊ ਪਸ਼ੂ ਹੈ, ਤੇ ਉਸ ਪਸ਼ੂ ਨੇ ਕਿਹੜਾ ਆ ਕੇ ਬੋਲ ਕੇ ਦੱਸਣਾ ਵੀ ਮੇਰੀ ਝੂਠੀ ਸਹੁੰ ਖਾਧੀ ਕਿ ਸੱਚੀ ਖਾਧੀ ਹੈ। ਮਤਲਬ ਬੜੀ ਗੁਰੂ ਸਾਹਿਬ ਨੂੰ ਬੜੀ ਬੇਬਾਕੀਅਤ ਨਾਲ ਪਤਾ ਇਸ ਗੱਲ ਦਾ ਵੀ ਇਹ ਸਭ ਚੀਜ਼ਾਂ ਝੂਠੇ ਉਸ ਰੂਪ ਦੇ ਵਿੱਚ ਨੇ। ਇਸਾ ਪਾਜ ਵੀ ਗੁਰੂ ਸਾਹਿਬ ਨੇ ਉਘੇੜਿਆ ਜਦੋਂ ਉਹਨਾਂ ਦੀ ਸਹੁੰ 'ਤੇ ਬਿਲੀਵ ਕਰਕੇ 2 ਗੱਡੇ ਸਮਾਨ ਦੇ ਭੇਜੇ। ਥੋੜ੍ਹੀ ਦੂਰ ਜਾ ਕੇ ਉਹਦੇ 'ਚ ਸਾਰਾ ਟੁੱਟਾ ਸਮਾਨ ਸੀਗਾ, ਜੋ ਕੂੜਾ ਕਰਕਟ ਸੀਗਾ, ਟੁੱਟੇ ਛਿੱਤਰ ਦੇ ਸਭ ਭਰ ਕੇ ਭੇਜੇ। ਅਤੇ ਉਹ ਰਾਈਟ ਉੱਤੇ ਜਿਹੜੇ ਰੇਸ਼ਮੀ ਦੁਸ਼ਾਲੇ ਪਾਏ ਸੀਗੇ, ਅਜੇ ਥੋੜ੍ਹੀ ਦੂਰ ਨਹੀਂ ਗਏ ਤਾਂ ਉਹਨਾਂ ਦੇ ਹਮਲਾਵਰ ਹੋ ਕੇ ਉਹਨੇ ਲੁੱਟਣ ਦੀ ਟਰਾਈ ਕੀਤੀ ਵੀ ਖਜ਼ਾਨਾ ਹੋਏਗਾ ਇਹਦੇ ਵਿੱਚ। ਗੁਰੂ ਸਾਹਿਬ ਨੇ ਕਿਹਾ ਦੇਖਿਆ। ਪਰ ਬਾਕੀ ਇਹ ਹੈ ਕਿ ਹੁਣ ਧਰਮੀ ਬੰਦੇ ਹੋਣ ਦੀ ਨਿਸ਼ਾਨੀ ਜਿਹੜੀ ਹੈ, ਕਿਉਂਕਿ ਗੁਰੂ ਸਾਹਿਬ ਦਾ ਪਹਿਲੇ ਦਿਨ ਤੋਂ ਜਿਹੜਾ ਸੁਨੇਹਾ ਹੈ ਉਹ ਧਰਮ ਦਾ ਹੈ। ਅਤੇ ਧਰਮ ਦਾ ਆਗੂ ਆਮ ਲੋਕਾਂ ਦੇ ਨਾਲੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ ਕਿ ਭਗਤਾਂ ਕੀ ਚਾਲ ਨਿਰਾਲੀ, ਬਿਖ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਜਿਹੜਾ ਭਗਤ ਆ ਉਹਦੀ ਚਾਲ ਨਿਰਾਲੀ ਹੈ। ਭਗਤਾਂ ਕੀ ਚਾਲ ਨਿਰਾਲੀ, ਇਹ ਸੰਸਾਰੀਆਂ ਵਰਗਾ ਇਹਦਾ ਰੰਗ ਨਹੀਂ ਹੁੰਦਾ। ਭਗਤ ਕੁਛ ਚੀਜ਼ਾਂ ਨੂੰ ਬਹੁਤ ਪੱਕੇ ਪੈਰੀ ਆਪਣੇ ਜੀਵਨ ਵਿੱਚ ਧਾਰਨ ਕਰਦਾ, ਦੂਜਿਆਂ ਨੂੰ ਧਾਰਨ ਕਰਵਾਉਂਦਾ।
ये सारा संसार बलीव सिस्टम ते चलता है, विश्वास ते चलता है। हुण बलीव ते विश्वास आप देखोगे असी अपनी जिंदगी जिहड़ी है वैद हकीम डॉक्टर दे हवाले कर देने बलीव करके उहदे उत्ते। सानू तो बहुता नहीं पता हुंदा किहो जी मैडिसिन खाद्या की होएगा, किहो जिहा प्रोसीजर कराया की होएगा, वो सानू दसदे असीं बलीव करदे। जेकर तुहाडे चों बलीव टुट जाए, हकीकत ये है जिवें अज तुसीं देखदे हो जिहड़ा इम्यूनाइजेशन सिस्टम हैगा आ, जिहड़ा वैक्सीन सिस्टम आ, ਵੱਡੇ ਲੈਵਲ ਤੇ ਸੋਸ਼ਲ ਮੀਡੀਆ ਤੇ ਹੋਰ ਆਲੇ ਦੁਆਲੇ ਇਹੋ ਜਿਹੀਆਂ ਚਰਚਾਵਾਂ ਚੱਲ ਰਹੀਆਂ ਨੇ। ਲੋਕ ਇਤਨੇ ਕਨਫਿਊਜ਼ ਹੋ ਗਏ ਨੇ ਕੀ ਕੀਤਾ ਜਾਏ, ਵਿਚ ਇਜ਼ ਰਾਈਟ ਇਨਫੋਰਮੇਸ਼ਨ ਵਿਚ ਇਜ਼ ਫੇਕ, ਸੋ ਪੀਪਲ ਆਰ ਸੋ ਕਨਫਿਊਜ਼ ਇਨ ਦੈਟ ਵੇ। ਇਹਦੇ ਨਾਲ ਸਮਾਜਾਂ ਦੇ ਵਿੱਚ ਬੜੀ ਜਿਹੜੀ ਹੈ ਆਪ ਹੁਦਰਾਪਨ ਆ ਜਾਂਦਾ ਹੈ, ਆਪੋ ਧਾਪੀ ਮਚ ਜਾਂਦੀ ਹੈ, ਬਰਬਾਦੀ ਤਬਾਹੀ ਇਹਦਾ ਹੀ ਨਾ ਆਇਆ। ਸਮਾਜ ਇੱਥੇ ਹੀ ਇਹਦੀ ਜੇ ਛੋਟੀ ਤੋਂ ਛੋਟੀ ਇਕਾਈ 'ਚ ਕੀਤਾ ਜਾਏ ਨਾ ਗੱਲ, जिस परिवार दे विच बेवसाही आ गई एक दूजे दे उत्ते, एक दूजे ते वसा ना रहा, भरोसा ना रहा, बलीव ना रहा, एक शख्स एक गल कह रहा दूजा उन्होंने बिल्कुल उस तो ओपोजिट जिहड़ा है इंटरप्रिटेशन कर रहा, उन्होंने उस तरह अंडरस्टैंड कर रहा। समझो बात फना हो गई, समझो बात खत्म हो गई। इसलिए विश्वास करना, जो एग्जाम्पल की थी, जिस समाज च रह रहे हैं, तुसीं प्लेन ते ट्रैवल करते हो, अपनी लाइफ जिहड़े पायलट ने उस पायलट्स की टीम में तुसीं उहदे हवाले कर देंदे हो, नहीं तो अदरवाइज तो हवा की तश्तरी चुड़दा होया जिहड़ा प्लेन आ मौत का खिडौना ही है, होर की है। अक्सर जो इहो जिहियां घटनावां वापरदियां ने लोग बयान करते हैं, तो की है बलीव ते खड़ी है चीज़। किते किते उस विसाह नूं लोग तोड़ते भी ने, जिवें फ्यू ईयर्स बैक यूरोप दे विच जर्मन के अंदर जिहड़ा हैगा पहाड़ियां तोड़ते हुए जहाज़ ने जदों अंदरों जिहड़ा को पायलट सीगा उन्हें जिहड़ा अपना अंदर दे कॉकस का डोर सीगा वो लॉक कर लिया कैबिनेट का, तो उस तो बाद उसने प्लेन एकदम थले ले जाके सट दिता। हुण लोगों तो विश्वास यही सीगा कि ये होया कि ये बेवसाई, जिस बेवसाई सारे असी आ जाए सी कि नो 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 असी तो प्लेन ते नहीं जाना, असी तो किसी चीज़ का डॉक्टर तो दवाई नहीं लैनी, असी समाज च नहीं परिवार विच नहीं रहना। जे देखा जाए ना तो जिहड़ा योग मत दे विच राजयोगी भरथरी है, ਉਹਦੇ ਨਾਲ ਜਦੋਂ ਡਿਸਲੋਇਲਟੀ ਬੇਵਫਾਈ ਹੁੰਦੀ ਘਰ ਤੋਂ, ਤੇ ਉਹ ਵਿਸ਼ਵਾਸ ਨਹੀਂ ਕਿਸੇ ਤੇ ਕਰਨ ਜੋ ਕੁਛ ਰਹਿੰਦਾ, ਤਾਂ ਛੱਡ ਕੇ ਤੁਰ ਜਾਂਦਾ। ਫਿਰ ਇਹਦੇ ਨਾਲ ਤਾਂ ਲੋਕੀ ਰਿਨਾਊਂਸ ਕਰ ਦੇਣਗੇ ਸੰਸਾਰ, ਤੇ ਸੰਸਾਰ ਰਿਨਾਊਂਸ ਕਰੋਗੇ ਜਿਨ੍ਹਾਂ ਨੂੰ ਕੋਈ ਸਮਝ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ ਨਾ, ਜਾਂ ਭਾਈ ਗੁਰਦਾਸ ਜੀ ਬਿਆਨ ਕਰਦੇ ਕਿ ਸਿੱਧ ਪੁੱਛਣ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਨੂੰ, ਮਾਤ ਲੋਕ ਵਿੱਚ ਕਿਆ ਵਰਤਾਰਾ, ਉੱਥੇ ਕੀ ਚੱਲ ਰਿਹਾ? सब कहते सिद्ध छुप बैठे परबती कौन जगत को पार उतारा। पर जिन्होंने थोड़ी बहुती समझ सीगी, जे ओही छड्ड के चले गए तो भाई संसार का पार उतारा कौन करेगा? जिहड़ा धार्मिक बंदा उहदी ड्यूटी बड़ी वड्डी हुंदी है, उहदी ड्यूटी है विसाह देना, विश्वास देना, भरोसा देना, लोगों की अकीदत नूं स्थापित करना। अदरवाइज समाजां दे विच तुसीं अंदाज़ा लाओ, किसी ਨੂੰ ਇਹ ਇੰਪਾਵਰਮੈਂਟ ਕਰਨਾ ਹੀ ਕਹਿੰਦੇ ਅੱਜ ਦੀ ਸੋਸਾਇਟੀ ਦੇ ਵਿੱਚ ਅਸੀਂ ਲੈਂਗੁਏਜ ਯੂਜ਼ ਕਰਦੇ ਆ, ਤੂੰ ਆ ਕਰ ਸਕਦਾ ਆ, ਉਸ ਇੰਪਾਵਰਮੈਂਟ ਨਾਲ ਹੀ ਉਹ ਬੰਦਾ ਕਰਦਾ ਆ। ਤੇ ਇਹ ਕਈ ਰੰਗ ਨੇ ਇਹਦੀਆਂ ਜਿਹੜੀ ਇਹਦੀ ਰੂਪ ਆ, ਇਹ ਵੈਰੀ ਕਰਦਾ ਕਈ ਰੰਗਾਂ ਦੇ ਵਿੱਚ। ਖੈਰ ਜੋ ਮੌਲਿਕ ਰੂਪ ਵਿੱਚ ਬਾਤ ਕਰ ਰਿਹਾ ਸੀਗਾ, ਇੱਥੇ ਇਤਿਹਾਸਕ ਸੋਰਸਸ, ਕਿਉਂਕਿ ਕੁਝ ਲੋਕਾਂ ਨੇ, ਮੈਂ ਹੁਣੇ ਦੋ ਤਿੰਨਾਂ ਦਾ ਜ਼ਿਕਰ ਕੀਤਾ, ਗੈਰ ਸਿੱਖਾਂ ਨੇ ਵੀ ਲਿਖੇ ਨੇ, तो कई बार होंदा बंदा अपनी सोच के मुताबिक भी तवारीखी ग्रंथां नूं उन्होंने जिहड़ा हैगा राइटिंग्स विच लैके आउंदा आ। पर ये कुछ सोर्सिस सानूं इस तरह भी बयान करते जदों वो सौं खा रहे हैं, हालांकि किले दे विच हालात बहुते चंगे नहीं गए कि उन्हां दे कोल खाण नूं बहुत कुछ नहीं गा, पीण वास्ते पानी की भी मयसरता नहीं हैगी। सोर्सिस ये दसदे ने कि जे किते दो सिख बाहरों पानी का एक कुछ जिहड़ा मश्क लैन लई जाते हैं, तो हकीकत है उन्होंने जे 4 जने लैके जा रहे हैं तो 4 चों 2 शहीद होके 2 पानी की मश्क लैके अंदर आते हैं, कि उस पानी नूं पीण वाले कहते हैं कि वो जिहड़े 2 शहीद होए ने उन्हां दा खून असीं पी रहे असल दे विच। हालत ये बनी पई सी, मतलब इतना घेरा उन्होंने टाइट किया। फिर उस तो बाद इत्थे ही नहीं, खाण वास्ते अंदर कोई अनाज नहीं हैगा, प्रसादी हाथी गुरु साहब दे अपने जिहड़ा हैगा अस्तबल दे विचों घोड़े लगातार मर रहे ने बिना खुराक तो, बिना सब चीज़ां तो, ये सब चीज़ां हो रही हैं।
ਪਰ ਸਟਿਲ ਗੁਰੂ ਸਾਹਿਬ ਅਜੇ ਵੀ ਜਿਹੜਾ ਹੈਗਾ ਉਸ ਕਿਲੇ ਵਿੱਚ ਉਹ ਡਟੇ ਨੇ, ਸਿੱਖ ਡਟੇ ਨੇ ਉਸੇ ਹੌਸਲੇ ਦੇ ਨਾਲ। ਭਾਵੇਂ ਉਹਨਾਂ ਦੇ ਕੋਲ ਕੁਝ ਬਹੁਤ ਜ਼ਿਆਦਾ ਰਿਸੋਰਸਿਸ ਨਹੀਂ ਹੈਗੇ, ਪਰ ਉਹ ਬਿਲਕੁਲ ਬਹਾਦਰਾਨਾ ਢੰਗ ਦੇ ਨਾਲ। ਪਰ ਉਹ 'ਚ ਹੁੰਦਾ ਇਹ ਹੈ ਕਿ ਫਿਰ ਜਦੋਂ ਇਹ ਝੂਠੀ ਸਹੁੰ ਦਾ ਪਾਜ ਉਕੜ ਜਾਂਦਾ, ਫਿਰ ਉਹ ਦੁਬਾਰਾ ਸੋਚਦੇ ਨੇ ਹੁਣ ਕੀ ਕੀਤਾ ਜਾਏ। ਫਿਰ ਇੱਕ ਵੱਡਾ ਟਕਵਾਂਜ ਪ੍ਰਪੰਚ ਰਚਦੇ ਨੇ। ਇਹਦੇ ਨਾਲ ਇਹ ਵੀ ਬਾਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਸਪੈਸੀਫਿਕ ਚਿੱਠੀ ਦੀ ਵੇਟ ਵੀ ਕਰ ਰਹੇ, ਜਿਹੜੀ ਔਰੰਗਜ਼ੇਬ ਤੋਂ ਆਉਣੀ, ਜਿਹਦਾ ਜ਼ਿਕਰ ਜ਼ਫਰਨਾਮੇ 'ਚ ਮਿਲਦਾ ਬਾਅਦ ਦੇ ਵਿੱਚ। ਕਿਉਂਕਿ ਗੁਰੂ ਸਾਹਿਬ ਜਦੋਂ ਜ਼ਫਰਨਾਮਾ ਜਦੋਂ ਪੜ੍ਹਦਾ ਔਰੰਗਜ਼ੇਬ, ਤਾਂ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਹੀ ਅਸਲ 'ਚ ਇਸ ਸਾਰੇ ਦਾ ਰਿਸਪੌਂਸੀਬਲ ਹਾਂ, ਕਿਉਂਕਿ ਉਹਦੀ ਚਿੱਠੀ ਉਹਦੇ ਹਸਤਾਖਰਾਂ ਦੇ ਨਾਲ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਉੱਥੇ ਕੁਰਾਨੇ ਮਜੀਦ ਜਿਹੜੀ ਹੈ ਉਹਦੀ ਜਿਲਦ ਦੇ ਉੱਤੇ ਲਗਾ ਕੇ ਜਿਹੜੀ ਲਿਆਂਦੀ ਜਾਂਦੀ ਹੈ ਕਿਲੇ ਦੇ ਵਿੱਚ। ਉਹਦੇ 'ਚ ਫਿਰ ਬਾਤ ਇਹ ਹੁੰਦੀ ਹੈ ਕਿ ਤੁਸੀਂ ਇਹ ਕਿਲਾ ਛੱਡ ਜਾਓ, ਤੁਸੀਂ ਇੱਥੋਂ ਕਾਂਗੜ ਦੇਸ਼ ਮਾਲਵੇ ਇਲਾਕੇ ਦੇ ਵਿੱਚ ਬਰਾੜਾਂ ਦੇ ਇਲਾਕੇ 'ਚ ਉੱਥੇ ਚਲੇ ਜਾਓ। ਉੱਥੇ ਤੁਹਾਡੀ ਬੜੀ ਵੱਡੀ ਸਿੱਖੀ ਸੇਵਕੀ ਹੈ, ਕਿਉਂਕਿ ਗੁਰੂ ਸਾਹਿਬ ਦੇ ਪਿਆਰ ਕਰਨ ਵਾਲੇ ਹਰ ਇਲਾਕੇ 'ਚ ਸੀ, ਪਰ ਉੱਥੇ ਵੀ ਵੱਡੇ ਲੈਵਲ 'ਤੇ ਸੀਗਾ। ਮੁੜ ਕੇ ਫੁਲਕੀਆਂ ਰਿਆਸਤਾਂ ਉੱਥੋਂ ਹੀ ਸਾਰੀਆਂ ਆਉਂਦੀਆਂ ਨੇ। ਉੱਥੇ ਬਾਤ ਹੋਈ, ਨਾਲ ਹੀ ਔਰੰਗਜ਼ੇਬ ਕਹਿੰਦਾ ਕਿ ਮੈਂ ਵੀ ਆਪਣੇ ਸਮਾਂ ਕੱਢ ਕੇ, ਕਿਉਂਕਿ ਉਹ ਔਰੰਗਾਬਾਦ ਦੇ ਇਲਾਕੇ 'ਚ ਉੱਧਰ ਸੀਗਾ, ਤਾਂ ਉਹ ਕਹਿੰਦਾ ਮੈਂ ਵੀ ਉੱਧਰ ਆ ਕੇ ਤੇ ਤੁਹਾਨੂੰ ਜਿਹੜਾ ਆ ਉੱਥੇ ਮਿਲਾਂਗਾ। ਮੁਲਾਕਾਤ ਦੀ ਬਾਤ ਵੀ ਹੋਈ, ਇਸ ਕਿਸਮ ਦੀ ਗੱਲ ਵੀ ਹੋ ਰਹੀ ਹੈ। ਖੈਰ, ਤੇ ਗੁਰੂ ਸਾਹਿਬ ਸਭ ਜਾਣਦੇ ਨੇ ਕਿ ਇਹ ਭਾਵੇਂ ਸਹੁੰ ਖਾਧੀ ਗਈ ਹੈ ਧਾਰਮਿਕ ਗ੍ਰੰਥ ਦੇ ਉੱਤੇ, ਤੇ ਭਾਵੇਂ ਉਹ ਆਟੇ ਦੀ ਗਊ ਬਣਾ ਕੇ ਲਿਆਂਦੀ ਗਈ, ਸਭ ਚੀਜ਼ਾਂ ਹੋਈਆਂ ਨੇ, ਪਰ ਇਹ ਸਭ ਫਰੇਬ ਹੈ। ਪਰ ਆਮ ਲੋਕਾਂ ਨੇ, ਕਈ ਵਾਰ ਅਸੀਂ ਸੰਸਾਰੀ ਲੋਕ ਹਾਂ, ਜਿਹੜੀ ਮੈਂ ਬੀਤੇ ਕੱਲ ਬਾਤ ਕਰ ਰਿਹਾ ਸੀਗਾ ਨਾ ਕਿ दूर से दरिया के किनारे नजर आए, सरसा में डूबे हुए प्यारे नजर आए, ये देख के बिगड़े हुए सारे नजर आए, बिफरे हुए गुरु के दुलारे नजर आए, कहते थे इजाजत नहीं है हमें रण की वरना मट्टी तक उड़ा दें दुश्मन के चमन की। ये हकीम अल्लाह यार खान जोगी गल की लिख रहा इत्थे। असल च जी गल है, ਇਹਦੀ ਡੀਪ ਐਕਸਪਲੇਨੇਸ਼ਨ ਦੇਖੋ ਕੀ ਹੈ। ਕਈ ਵਾਰ ਅਸੀਂ ਇਹ ਚੀਜ਼ਾਂ ਦੇਖਦੇ ਆ, ਸਾਡੀ ਜਿਹੜੀ ਨਿਗਾਹ ਆ, ਆਪ ਦੇਖੋ ਅੱਜ ਦੇ ਹਾਲਾਤਾਂ 'ਚ ਆ ਜਾਈਏ। ਇੰਡੀਆ ਦੇ ਵਿੱਚ ਕਿਸਾਨ ਜਿਹੜੀ ਹੈ ਉਹ ਮੂਵਮੈਂਟ ਚੱਲ ਰਹੀ ਹੈ, ਕਿਸਾਨ ਐਜੀਟੇਸ਼ਨ ਕਰ ਰਹੇ ਨੇ, ਸਭ ਉਸ ਤਰੀਕੇ ਦੇ ਨਾਲ ਕਿਸਾਨੀ ਜੂਝ ਰਹੀ ਹੈ। ਤੇ ਕਿਸਾਨੀ ਕਾਹਦੀ, ਆਮ ਵਰਗ ਜੂਝ ਰਿਹਾ, ਜਿਹੜਾ ਕਹਿ ਲਓ ਕਿ ਜਿਹੜੇ ਲੁਕਾਈ ਉੱਥੋਂ ਦੀ ਰਹਿਣ ਵਾਲੀ, ਉਹ ਆਪਣੀ ਹੋਂਦ ਵਾਸਤੇ। ਇਸ ਸਭ ਦੇ ਵਿੱਚ ਜਿਹੜਾ ਰੰਗ ਵੇਖਣ ਵਾਲਾ ਆ ਉਹ ਇਹ ਹੈ ਕਿ ਕੋਈ ਰਿਸੋਰਸਿਸ ਦੀ ਕਮੀ ਆ ਉੱਥੇ। ਤੁਸੀਂ ਦੇਖੋ ਹਰ ਤਰ੍ਹਾਂ ਦਾ ਚੀਜ਼ ਉੱਥੇ ਮੁਯੱਸਰ ਹੈ, ਖਾਣ ਵਾਲੇ ਲੰਗਰ ਪ੍ਰਸਾਦੇ ਤੋਂ ਲੈ ਕੇ ਉਹਦੀਆਂ ਵੈਰਾਈਟੀਆਂ ਦੇਖੋ, ਰਹਿਣ ਸਹਿਣ ਨੂੰ ਦੇਖੋ, ਹਰ ਰੂਪ। ਤੇ ਜਿਹੜੇ ਜਾਣ ਵਾਲੇ ਉਹਨਾਂ 'ਚ ਵੀ ਕੋਈ ਕਮੀ ਨਹੀਂ। ਉੱਥੇ ਇਕੱਲਾ ਇਹ ਨਹੀਂ, ਉੱਥੇ ਇੰਟਰਟੇਨ ਕਰਨ ਵਾਲੇ, ਉੱਥੇ ਉਹਨਾਂ ਨਾਲ ਬਾਤ ਕਰਨ ਵਾਲੇ, ਟਾਈਮ ਨਹੀਂ ਗਾ। ਮਤਲਬ ਕਦੀ ਐਸਾ ਬੰਦਾ ਸੋਚੇ ਇਸ ਰੂਪ ਦੇ 'ਚ ਕੀ ਹੈ। ਇਸ ਤਰ੍ਹਾਂ ਨਹੀਂ ਹੈਗਾ ਕਿ ਇੱਕ ਜਸਟ 2-4 ਦਿਨਾਂ ਦੀ ਖੇਡ 'ਚ ਸਭ ਕੁਝ ਪੈਦਾ ਹੋ ਗਿਆ। ਇਹਦੇ ਪਿੱਛੇ ਤੁਹਾਡੀ ਵਿਰਾਸਤ ਹੈ, ਤੁਹਾਡੀ ਟ੍ਰੇਨਿੰਗ ਹੈ, ਤੁਹਾਡੀ ਇੱਕ ਹੈਰੀਟੇਜ ਹੈ ਪੂਰੀ ਦੀ ਪੂਰੀ, ਜਿਹੜੀ ਇਹ ਸਾਰੇ ਨੂੰ ਇੱਥੇ ਇਵੋਲਵ ਕਰਕੇ ਲਿਆਉਂਦੀ ਹੈ। ਇਸ ਸਾਰੇ ਦੇ ਬੀਜ ਗੁਰੂ ਸਾਹਿਬ ਨੇ ਲੋਕਾਈ ਦੇ ਮਨਾਂ ਵਿੱਚ ਬੀਜੇ ਨੇ। ਜਦੋਂ ਤੁਸੀਂ ਗੁਰੂ ਤੇ ਗੁਰੂ ਦੇ ਜਾਇਆਂ ਦਾ ਨਾਂ ਲੈਂਦੇ ਹੋ, ਅੰਦਰ ਇੱਕਦਮ ਐਸਾ ਜਜ਼ਬਾਤ ਉੱਭਰਦਾ ਆ, ਵਿਸ਼ਵਾਸ ਦੀ ਐਡੀ ਡਾਢੀ ਤੰਦ ਉੱਠਦੀ ਹੈ। ਬੰਦਾ ਕਹਿੰਦਾ ਭਾਵੇਂ ਆਪਣੀ ਜਾਨ ਵੀ ਕੱਢ ਕੇ ਦੇ ਦਿਆਂ ਤਾਂ ਵੀ ਥੋੜਾ ਹੋਏਗਾ। ਇਹ ਵਿਸ਼ਵਾਸ ਹੈ, ਤੇ ਵਿਸ਼ਵਾਸ ਗੁਰੂ ਸਾਹਿਬ ਨੇ ਸਥਾਪਿਤ ਕੀਤਾ। ਪਤਾ ਕਿਵੇਂ ਸਥਾਪਿਤ ਕੀਤਾ? ਜਦੋਂ ਝੂਠੀਆਂ ਸਹੁੰਆਂ ਚੁੱਕ ਕੇ ਆਉਂਦੇ ਗੁਰੂ ਸਾਹਿਬ ਦੇ ਕੋਲ ਦੱਸਦੇ, ਤੇ ਗੁਰੂ ਸਾਹਿਬ ਇਹ ਨਹੀਂ, ਗੁਰੂ ਸਾਹਿਬ ਜਾਣਦੇ ਨਹੀਂ ਇਸ ਸਭ ਚੀਜ਼ ਨੂੰ। ਮੈਨੂੰ ਯਾਦ ਆ ਕਾਫੀ ਸਾਲ ਪਹਿਲਾਂ ਮੈਂ ਵੈਨਕੂਵਰ ਸੀਗਾ, ਇੱਕ ਰੇਡੀਓ ਸ਼ੋਅ ਦੇ ਉੱਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਬ ਦੇ ਉੱਤੇ ਬਾਤ ਪਾ ਰਹੇ ਸੀ। ਤੇ ਇੱਕ ਸੱਜਣ ਨੇ ਕਾਲ ਕੀਤੀ, ਕਾਲਾਂ ਅਟੈਂਡ ਕਰ ਰਹੇ ਹਾਂ ਗੁਰੂ ਸਾਹਿਬ ਦੇ ਗੁਰਪੁਰਬ 'ਤੇ, ਉਹਨਾਂ ਦੀਆਂ ਜਿਹੜੀਆਂ ਗਲੋਰੀਜ਼ ਨੇ ਉਹਨਾਂ ਨੂੰ ਅਸੀਂ ਸ਼ੇਅਰ ਕਰ ਰਹੇ ਹਾਂ, ਉੱਥੇ ਦੱਸ ਰਹੇ ਹਾਂ ਉਸ ਰੂਪ ਦੇ ਵਿੱਚ। ਤਾਂ ਇੱਕ ਸ਼ਖਸ ਨੇ ਕਾਲ ਕੀਤੀ, ਕਹਿੰਦਾ ਜੀ ਬਾਕੀ ਸਭ ਕੁਛ ਤਾਂ ਠੀਕ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਤੋਂ ਵੱਡੇ ਤਲਵਰੀਏ, ਉਹਨਾਂ ਤੋਂ ਵੱਡੇ ਆਗੂ, ਉਹਨਾਂ ਤੋਂ ਵੱਡੇ ਪੇਸ਼ਵਾ, ਉਹਨਾਂ ਤੋਂ ਵੱਡੇ ਜਿਹੜਾ ਆ ਰੂਹਾਨੀ ਜਿਹੜਾ ਕਵੀ, ਉਹਨਾਂ ਤੋਂ ਵੱਡੇ ਤੀਰਅੰਦਾਜ਼, ਉਹਨਾਂ ਤੋਂ ਵੱਡੇ ਘੋੜ ਸਵਾਰ। ਮਤਲਬ ਕਿਹੜੀ ਗੱਲ ਕੀਤੀ ਜਾਏ, ਹਰ ਗੱਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਤਲਬ ਬਿਲਕੁਲ ਹਾਇਰ ਦੈਨ ਹਾਇਰ ਨੇ, ਉਹਨਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈਗਾ। ਪਰ ਉਹ ਕਹਿੰਦਾ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਬਾਕੀ ਸਭ ਕੁਝ ਤਾਂ ਠੀਕ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿਆਸਤ ਨਹੀਂ ਸੀ ਆਉਂਦੀ। ਕਈ ਵਾਰ ਇਹ ਹੁੰਦਾ ਹੈ
कि बंदा बाबा कबीर जी का बचन है भी आप न दे चूरू भर पानी ते निंदा जे गंगा आनी। बंदा कई बार आप चूली भर के पानी देने के समर्थ भी नहीं होंदा। जिन्हों ने धरती ते दरिया वगा दिते होंदे ने, जदों किते आवे तो कहे भी जे किसी को माड़ा कहना तो उन्होंने भी कहने लिए तैयार हो जाता बंदा। तो गुरु साहब मतलब होस्ट ने एकदम उन्होंने जिहड़ा हैगा काउंटर किया, वो कहंदा हया कर कुछ लफ्ज़ां अपने देख तू की गल कह रहा। वो मैं उन्होंने होस्ट में ही रोकिया, मैं क्या नहीं रुको एक पल ही। मैं क्या जी वीर जी तुहाडी गल बिल्कुल ठीक है जिहड़ी गल तुसीं कह रहे हो, क्योंकि तुहाडी जिहड़ी सोच है किसी कूड़ दे अंबार विचों आ रही है। तो कूड़ दा अंबार ये सिखाउंदा आ बेवसाई, बेभरोसगी, एक दूजे दे नाल बेइतफाकी, इस किस्म दीयां बातां। गुरु गोबिंद सिंह साहब ने ना ये चीज़ सिखी, ना सिखाई, ना दसी, ना पढ़ाई। बिल्कुल सरल ते सीधा राह आ। जदों सौंहां चुक के आउंदे सतगुरु पातशाह अंतरयामी सब चीज़ों को समझते हैं। पता उन्होंने झूठ बोल रहे हैं, पता उन्होंने कुफर कर रहे हैं, पर हकीकत यह है लोगों ने अज तक कहना सीगा लै इहदे च किहड़ी गल सीगी, उन्हें सौं चुकी, हो सकता विश्वास ही कर दे। गुरु साहब किला छड्ड देंदे, वो तो कुराने मजीद की सौं चुक रहे सी। गुरु साहब ने कहा तुसीं अपने धर्म की सौं चुकी है, तुसीं अपने अकीदे की सौं चुकी, आटे की गऊ बना के लियाए हो। तुसीं इस गल ते विश्वास करो ना करो, पर मैं इस गल ते विश्वास करदा तुसीं अपने धर्म की लाज पालोगे। लुकाई एवें नहीं जिहड़ी है एकदम गुरु के नाम के उत्ते अपने आप नूं निशान लई तैयार हो जाती। गुरु ने रूप कमाया आ, गुरु ने उस लैवल ते लियांदा लोकां नूं पिया। देखो गुरु उस रूप दे विच अपने अमल नूं विखाउंदा आ। ये बात आउंदी है जिहड़ा मैं हकीम जी की एक होर बात कहन लगा सीगा, हकीम अल्लाह यार खां जोगी जी दी। वो जो बयान करता ना, धोखा दिया हर सिंह को पैमा शिकन्नों ने, बेमेहरों ने, बेधर्मों ने, ईमान शिकन्नों ने। कहंदा जदों गुरु साहब उत्थों निकले ने, तवारीख का थोड़ा रंग अगे बयान कर दिया। जो साहिब महाराज आनंदपुर साहब के किले चों निकलते हैं, 3 हिस्सों के परिवार कटते हैं। पहले हिस्से दे विच धन गुरु गोबिंद सिंह साहब जी के अपने महल, माता सुंदरी जी अते होर जड़ियाँ सवाणियाँ उस गिरां दे विच थोड़ियां रह गईयां, उन्होंने सब नूं लैके जिहड़ा हैगा भाई मनी सिंह अपनी कमांड च निकलते हैं। वो सीधे जाके शाही टिब्बी ते उत्थे जाके खड़ते हैं। दूसरे हिस्से दे विच गुरु साहब अपने आप ते कुछ होर जथियां उस रूप विच जिहड़ा हैगा उन्हां नूं पाउंदे ने। तीसरे दे विच भाई उदय सिंह, भाई जीवन सिंह जिहड़ा अखीर दे विच। ते इस तो पहला गुरु साहब जिहड़ियां जिम्मेवारियां देनियां ने, जिवें सीसगंज अस्थान दी गुरु साहब भाई गुरबख्श राय नूं जिम्मेवारी देंदे ने। गुरु साहब जाण तो पहला बकायदा सीसगंज अस्थान जिथे धन गुरु तेग बहादुर साहब दी शाह संस्कार होया सीगा उत्थे जांदे। सो ये सब ड्यूटियां निभा के जो इस तरीके नाल गुरु साहब जा रहे हैं। तो उस रूप दे विच है कि जे पहला जथा जिहड़ा बाबा मनी सिंह जी दी उन्हां दी अगवाई दे विच सरसा दरिया दे कोलों लंघदा, सरसा दरिया क्रॉस करदा आ। उस समय दे विच ही ये मुगल सिपाही ते पहाड़ी सिपाही इन्हां नूं सुईए ये सुनेहा दे दिंदे ने कि गुरु गोबिंद सिंह साहब किला छड्ड के जा रहे हैं। वजीर खां उस वक्त ऑर्डर दिंदा बड़े दस्तियां नूं हुणे पहुंचो जाके, भावें रात काली बोली है, बड़ी ठंड आ, मतलब बहुत इस किस्म के हालात ने, पर कहंदा नहीं जल्दी जाओ, क्योंकि ऐसा ना होए गुरु गोबिंद सिंह साहब जैसे रणनीति के मालक ने, मते किते साडे तो हथों सब लंघ ना जाए, इस करके पहुंचो। जो दस्ते भेजने शुरू कर दिंदा, वो जाके अटैक करते हैं, वो जाके गुरु साहब के उत्ते जिहड़ा हैगा हल्ला कर देंदे ने। सो इस बात तो वो कहंदा आ कि किते कुराने मजीद दी खरड़ियां ते सौंहां चुकियां, आटे दियां गऊआं बना के सौंहां चुकियां। ये सारी चीज़ जिहड़ी है इनू वेख के गुरु गोबिंद सिंह साहब पता है उन्होंने, पर साहिब महाराज लुकाई ने दसते ने मैं धर्म का पेशवा आ। धर्म सिर्फ 3 लफ्ज़ां का 3 अल्फाजां का बनया होया लफ्ज़ नहीं हैगा, ये पिछे मनुख की अमली अकीदत मौजूद होंदी है। जिहदी मैं बात कर रहे हैं ना कि अध्यात्म कर्म करें तैं सच, अध्यात्मकता कहण दी नहीं, ये तो सच्चे कर्म विचों उजागर होंदी है। जदों ये बात होंदी तो फिर हकीम जी जिक्र करते, कहना धोखा दिया हर सिंह को पैमा शिकन्नों ने। दुनिया का कोई पैमाना लै आओ, जदों इस बात ते गल आएगी कि उन्हां दा गुरु साहब ते अपनी
सच की ਜਿਹੜੀ ਹੈ ਸਚਿਆਰ ਹੋਣ ਦੀ ਬਾਤ ਕਰਦੇ ਨੇ। ਸਾਡਾ ਤੇ ਬਾਣੀ ਨਾਲ ਸੰਦੇਸ਼ ਹੈ, ਸਾਰਾ ਬਾਣੀ ਦੀ ਅਕੀਦਤ ਹੈ ਸਾਡੀ। ਪਰ ਜਿਹੜੇ ਉਹਨਾਂ ਗ੍ਰੰਥਾਂ ਨੂੰ, ਉਹਨਾਂ ਅਕੀਦਿਆਂ ਨੂੰ ਮੰਨਦੇ ਨੇ, ਜਿਹੜੇ ਆਪਣੀ ਗਊ ਨੂੰ ਇੱਕ ਦੇਵੀ ਜਾਂ ਮਾਂ ਦੇ ਰੂਪ ਵਿੱਚ ਦਰਜਾ ਦਿੰਦੇ, ਜਿਹੜੇ ਕੁਰਾਨੇ ਮਜੀਦ ਨੂੰ ਪੜ੍ਹ ਕੇ ਕਹਿੰਦੇ ਅਸੀਂ ਕੁਫਰ ਤੋਂ ਬਿਲਕੁਲ ਮੁਨਕਰਾਂ ਉਸ ਰੂਪ ਦੇ ਵਿੱਚ, ਉਹਨਾਂ ਲੋਕਾਂ ਨੇ ਐਡਾ ਵੱਡਾ ਜਿਹੜਾ ਹੈਗਾ ਕੁਫਰ ਕਮਾਇਆ, ਐਡਾ ਵੱਡਾ ਜ਼ੁਲਮ ਕੀਤਾ ਕਾਇਨਾਤ ਦੇ ਵਿੱਚ कि धोखा दिया हर सिंह को पैमा शिकनों ने। किसे पैमाने ਜਿਹੜੇ ਫਿੱਟ ਨਹੀਂ ਬਹਿੰਦੇ, ਬੇਮਿਹਰੋਂ ਨੇ, ਬੇਧਰਮੋਂ ਨੇ, ਜਿਨ੍ਹਾਂ ਦੇ ਵਿੱਚ ਜ਼ਰਾ ਵੀ ਕਸਕ ਨਹੀਂ ਗੀ। ਮਤਲਬ ਇਹ ਜਰਾ ਜਿੰਨੀ ਵੀ ਅੰਦਰ, ਜਿਹਨੂੰ ਸਾਹਿਬ ਨੇ ਕਿਹਾ ਮੁਸਲਮਾਨ ਮੋਮ ਦਿਲ ਹੋਵੇ ਸਿਆਲੀ ਦਿਨਾਂ ਦੇ ਵਿੱਚ। ਤੇ ਗੱਲ ਅੱਜ ਦੇ ਕੌਂਟੈਕਸਟ ਵਿੱਚ ਵੀ ਨਾਪੀ ਤੋਲੀ ਸਮਝੀ ਜਾ ਸਕਦੀ ਹੈ। ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਆਪਣੇ ਕੰਫਰਟ ਜਿਹੜਾ ਹੈ ਏਰੀਆਜ਼ ਦੇ 'ਚ ਰਹਿੰਦੇ ਹੋਣ, ਜਿਨ੍ਹਾਂ ਨੂੰ ਖਾਣ ਪਾਣ ਰਹਿਣ ਸਹਿਣ ਸਭ ਕੁਝ ਆਪਣੇ ਘਰ ਥਾਂ 'ਚ ਮੌਜੂਦ ਹੋਏ, ਉਹ ਲੋਕ ਆਪਣੇ ਘਰਾਂ ਦਾ ਕੰਫਰਟ ਛੱਡ ਕੇ ਸੜਕਾਂ ਦੇ ਉੱਤੇ ਬਗਾਨੀਆਂ ਜੂਹਾਂ ਦੇ ਵਿੱਚ ਰਾਤਾਂ ਗੁਜ਼ਾਰ ਰਹੇ ਹੁਣ ਤਰਪਾਲਾਂ ਦੀਆਂ ਛਾਵਾਂ ਦੇ ਹੇਠ। ਇਹ ਕੀ ਹੈ? ਕਿਸੇ ਚਾਹ ਦੀ ਗੱਲ ਹੈ? ਇਹ ਕਿਸੇ ਜਿਹੜਾ ਆ ਕਿਸੇ ਸ਼ੌਂਕ ਦੀ ਗੱਲ ਹੈ? ਤੇ ਜਿਸ ਨੂੰ ਇਹ ਸਮਝ ਨਹੀਂ ਆਉਂਦੀ ਉਹ ਕੀ ਹੈ? ਬੇਮਿਹਰੋਂ ਨੇ, ਬੇਧਰਮੋਂ ਨੇ, ਈਮਾਨ ਸ਼ਿਕਨੋਂ ਨੇ, ਬੇਮਿਹਰ। ਮੁਸਲਮਾਨ ਮੋਮ ਦਿਲ ਹੋਵੇ ਭਾਈ, ਜਿਹਨੂੰ ਸਾਹਿਬ ਨੇ ਕਿਹਾ ਤੂੰ ਬੜਾ ਧਰਮੀ ਹੈ, ਮੰਨ ਲਿਆ, ਜਨੇਊ ਪਾਉਣਾ ਆ, ਕੋਈ ਧਰਮ ਸ਼ਾਸਤਰ ਵੀ ਪੜ੍ਹਦਾ ਆ, ਧਰਮ ਦੀ ਗੱਲ ਵੀ ਕਰਦਾ ਹੈ, ਧਰਮ ਦੇ ਰਾਜ ਨੂੰ ਸਥਾਪਿਤ ਕਰਨ ਦੀਆਂ ਗੱਲਾਂ ਵੀ ਕਰਦਾ ਆ, ਪਰ ਚੇਤੇ ਰੱਖੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਜੇ ਆਹੀ ਨਹੀਂ ਹੈਗਾ ਤੇ ਜੇ ਉਹ ਪਾਇਆ ਹੋਇਆ ਸੂਤ ਤੇ ਸੂਤ ਵਿੱਚ ਪਾਈ ਹੋਈ ਕਪਾਹ ਰੂੰ ਤੇਰੇ ਮਨ ਨੂੰ ਰੂੰ ਵਰਗਾ ਪੋਲਾ ਨਾ ਕਰ ਸਕਿਆ, ਤੇਰੇ ਮਨ ਦੇ ਵਿੱਚ ਦਇਆ ਕਿਰਸ ਨਾ ਆ ਸਕੀ, ਤਰਸ ਨਾ ਆ ਸਕਿਆ ਭਾਈ, ਫਿਰ ਇਹ ਸਭ ਬਖਾਵਾ ਆ, ਫਿਰ ਸਭ ਅਡੰਬਰ ਆ। ਫਿਰ ਇਹ ਜਿਹੜੇ ਲੋਕ, ਇਹਨਾਂ ਦਾ ਕੋਈ ਧਰਮ ਤੇ ਕੋਈ ਮਜ਼ਹਬ ਨਹੀਂ ਹੁੰਦਾ, ਇਹ ਸਭ ਫੋਕਟ ਸਾਰੇ ਦਾ ਸਾਰਾ, ਜਿਹਨੂੰ ਕਿਹਾ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੁੱਟ ਹੈ। ਇਹ ਸਭ ਪਖੰਡ ਅਡੰਬਰ ਹੈ। ਸੋ ਇਹ ਬਾਤ ਆ ਬੇਮਿਹਰੋਂ ਨੇ, ਜਿਹੜਾ ਬੰਦੇ ਦੇ ਮਨ ਦਾ ਤਰਸਿਆ, ਇਹ ਕਦੀ ਮਰਨਾ ਨਹੀਂ ਚਾਹੀਦਾ। ਉਸ ਦਸੰਬਰ ਦੀਆਂ ਕਾਲੀਆਂ ਰਾਤਾਂ ਦੇ ਵਿੱਚ ਜਦੋਂ ਮੈਂ ਸੋਚਦਾ ਹਾਂ ਪੰਛੀ ਪਰਿੰਦੇ ਵੀ ਆਪਣੇ ਘਰੋਂਦਿਆਂ ਨੂੰ ਛੱਡ ਕੇ ਬਾਹਰ ਨਹੀਂ ਜਾਣਗੇ, ਉਹ ਸਮਾਂ ਜਦੋਂ ਕਿਸੇ ਕਿਸਮ ਦਾ ਛੋਟੇ ਤੋਂ ਛੋਟਾ ਜਿਹੜਾ ਜੀਆ ਜੰਤ ਵੀ ਹੈ ਸ੍ਰਿਸ਼ਟੀ ਦੇ ਉੱਤੇ, ਉਹ ਵੀ ਕਿਤੇ ਇਹੋ ਜਿਹੀ ਜਗ੍ਹਾ ਲੱਭੇਗਾ ਜਿੱਥੇ ਸੁੱਖ ਹੋਏ, ਜਿੱਥੇ ਨਿੱਘ ਹੋਏ, ਜਿੱਥੇ ਉਹ ਕੰਫਰਟ ਫੀਲ ਕਰ ਸਕੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਭ ਕੰਫਰਟ ਨੂੰ ਛੱਡ ਕੇ, ਉਸ ਕਿਲੇ ਨੂੰ ਛੱਡ ਕੇ, ਹਰ ਚੀਜ਼ ਨੂੰ ਛੱਡ ਕੇ ਉੱਥੋਂ ਪ੍ਰਵਾਸ ਪਰ ਰਹੇ ਨੇ ਉਸ ਰੂਪ ਦੇ ਵਿੱਚ। ਤੇ ਇਕੱਲੀ ਪ੍ਰਵਾਸ ਨਹੀਂ ਪਰ ਰਹੇ, ਉਸੇ ਸਮੇਂ ਦੇ ਵਿੱਚ ਉਹ ਬੇਮਿਹਰ ਲੋਕ, ਨਿਰਦਈ ਲੋਕ ਉਹਨਾਂ ਦੇ ਉੱਤੇ ਅਟੈਕ ਕਰਦੇ ਨੇ। ਬੇਮਿਹਰੋਂ ਨੇ, ਬੇਧਰਮੋਂ ਨੇ, ਈਮਾਨ ਸ਼ਿਕਨ ਉਹਨਾਂ ਈਮਾਨ ਸ਼ਿਕਨ ਜਿਨ੍ਹਾਂ ਦੇ ਕੋਲ ਈਮਾਨ ਦੀ ਕੋਈ ਕਿਸੇ ਕਿਸਮ ਦੀ ਪ੍ਰਸਤਗੀ ਨਹੀਂ ਦੇ ਕਹੀ ਜਾ ਸਕਦੀ। ਹੁਣ ਇੱਕ ਬਾਤ ਹੈ। ਦੂਸਰੀ ਬਾਤ ਜਿਹੜੀ ਮੈਂ ਕਰ ਰਿਹਾ ਸੀਗਾ ਕਿ ਹਕੀਮ ਅੱਲਾ ਯਾਰ ਖਾਨ ਜੋਗੀ ਕਹਿ ਰਹੇ ਸੀਗੇ कि कहते थे इजाजत नहीं है हमें रण की वरना मट्टी तक उड़ा दें दुश्मन के चमन की। बात यह है मैदान जंग ते सीगे हुण रण की इजाजत होर कैसी है। अंग्रेजी की एक सेइंग है, वैसे तो हर तुहानू कल्चर दे हर लैंग्वेज मिल जाएगी, एवरीथिंग इज फेयर इन लव एंड वार। ये जिहड़ी गल आ इस नूं कह के लोग कहिंदे हर चीज़ नूं जिहड़ा है उहनूं वाजिब ठहराया जा सकता है। ये धन गुरु गोबिंद सिंह साहब एक गुरु नानक का घर आ जिन्हें कहा जैसे मर्जी सरकमस्टांसिस होन अनफेयर इज अनफेयर। जे चलना है तो फेयर चलना है, वाजिब चलना है। जे असीं कोई एक्सक्यूज बना के अनफेयर चलन नूं जस्टिफाई करांगे ना, धरती ते कदी जस्टिस स्टैबलिश नहीं होएगा। इस करके जिहड़ी धरती दी हर तरह की गेम आ वो बड़े फेयर रूल्स के उत्ते, बड़े सॉलिड प्रिंसीपल लैवल के उत्ते लड़नी चाहिए है। जिहड़ी वो बात कह रहा है कि मल्ला यार खान जोगी मुसलमान को कहता है कि कहते थे इजाजत नहीं है हमें रण की
ਉਹਦਾ ਕਾਰਨ ਇਹ ਹੈ, ਜਿਹੋ ਜਿਹਾ ਰਣ ਮੁਗਲਾਂ ਨੇ ਤੇ ਪਹਾੜੀਆਂ ਨੇ ਗੁਰੂ ਸਾਹਿਬ ਦੇ ਖਿਲਾਫ ਪਖਾਇਆ ਆ, ਜੇ ਕਿਤੇ ਉਹਦਾ 2% ਵੀ ਧੋਖੇਬਾਜ਼, ਝੂਠੀਆਂ ਸਹੁੰਆਂ ਖਾਣ ਵਾਲੇ, ਦਗੇਖੋਰ, ਸਵਾਰਥੀ, ਆਪਣੀ ਹਵਸ ਦੇ ਮਾਰੇ ਹੋਏ, ਜੇ ਇਹੋ ਜਿਹਾ 2% ਵੀ ਗੁਰੂ ਕੇ ਸਿੱਖ ਤੇ ਗੁਰੂ ਸਾਹਿਬ ਅਪਣਾ ਲੈਂਦੇ, ਨੇਸਤੋ ਨਾਬੂਦ ਕਰ ਦੇਣਾ ਸਭ ਕੁਛ। ਪਰ ਬਿਲਕੁਲ ਨਹੀਂ, ਬਿਲਕੁਲ ਫੇਅਰ ਲੈਵਲ ਤੇ ਸਾਰੀ ਗੇਮ ਰੱਖੀ, ਤੇ ਬਲਕਿ ਹਰ ਪੱਖ ਦੇ ਉੱਤੇ, ਕਿਉਂਕਿ ਆਖਰਕਾਰ ਤੇ ਗੁਰੂ ਸਾਹਿਬ ਪੇਸ਼ਵਾ ਧਰਮ ਦੇ ਨੇ ਨਾ। ਜਦੋਂ ਉਹ ਜ਼ਫਰਨਾਮਾ ਵੀ ਲਿਖਦੇ ਤੇ ਔਰੰਗਜ਼ੇਬ ਨੂੰ ਇਹ ਬਾਤ ਦਾ ਅਹਿਸਾਸ ਕਰਾਉਂਦੇ, ਔਰੰਗਜ਼ੇਬ ਸਾਡਾ ਕੰਮ ਨਗਾਰਿਆਂ ਤੇ ਚੋਟਾਂ ਪਾਉਣਾ ਨਹੀਂ ਸੀਗਾ, ਅਸੀਂ ਤੇ ਰਬਾਬ ਫੜੀ ਸੀ ਹੱਥ ਦੇ ਵਿੱਚ, ਅਸੀਂ ਤੇ ਰਬਾਬ ਤੇ ਤਰਾਨੇ ਗਾ ਰਹੇ ਸੀਗੇ, ਅਸੀਂ ਤੇ ਸੱਚ ਦੀ ਬਾਣੀ, ਕਿ ਇਹਨੂੰ ਕਿਹਾ ਗਿਆ ਨਾ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਅਸੀਂ ਤੇ ਸੱਚ ਗਾਉਣ ਵਾਸਤੇ, ਸੱਚ ਬੋਲਣ ਵਾਸਤੇ, ਸੱਚ ਦੱਸਣ ਵਾਸਤੇ ਕਾਇਨਾਤ ਵਿੱਚ ਆਏ ਸੀਗੇ। ਭਾਈ ਗੱਲ ਇਹ ਹੈ ਕਿ ਜਦੋਂ ਤੇਰੇ ਵਰਗਾ ਜ਼ਾਲਮ ਬੇਨਿਆਂ ਦੀ ਇੰਤਹਾ ਕਰ ਦੇ, ਫਿਰ ਭਾਈ ਚੌਂਕਾਰ ਅਜ਼ਹਮਾ ਹਿਲ ਤੇ ਦਰਗੁਜਸ਼ਤ, ਜਦੋਂ ਇੰਤਹਾ ਦੀ ਇਸ ਕਿਸਮ ਦੀ ਹਨੇਰੀ ਆ ਜਾਏ, ਫਿਰ ਭਾਈ ਸ਼ਮਸ਼ੀਰਾਂ ਧੂਣੀਆਂ ਪੈਂਦੀਆਂ ਨੇ। ਇਸ ਰੂਪ ਦੇ ਵਿੱਚ ਸ਼ਮਸ਼ੀਰ ਤੋਂ ਹੀ, ਪਰ ਫਿਰ ਕਨਸੈਪਟ ਸਿੱਖੀ ਦਾ ਕੀ ਹੈ, ਸੰਤ ਸਿਪਾਹੀ, ਜਿਹੜਾ ਸੰਤ ਰੂਪ ਆ, ਇਹਨੂੰ ਫਿਰ ਦੇਖਣਾ। ਕਈ ਵਾਰ ਅਸੀਂ ਦੇਖਦੇ ਹਾਂ ਸਾਡੇ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ, ਮਤਲਬ ਜੰਗਾਂ ਨੇ, ਲੜਾਈ ਹੈ, ਜਿਹੜੀ ਡਿਫਰੈਂਸ਼ੀਏਸ਼ਨ ਹੈ, ਲੋਕ ਕਹਿਣਗੇ ਵਾਇਲੈਂਸ ਨਹੀਂ ਕੀ। ਭਈ ਗੱਲ ਇਹ ਹੈ, ਵਾਇਲੈਂਸ ਉਦੋਂ ਹੁੰਦੀ ਹੈ ਜਦੋਂ ਬੰਦਾ ਅਸੂਲ ਨੂੰ ਭੁੱਲ ਜਾਂਦਾ ਆ। ਜਦੋਂ ਅਸੀਂ ਦੇਖੀਏ ਤਵਾਰੀਖ ਦਾ ਰੰਗ ਇਹ ਬਿਆਨ ਕਰਦਾ, ਜਦੋਂ ਮਹਾਰਾਜ ਸਰਸਾ ਦੇ ਕੰਢੇ ਵੀ ਜਾਂਦੇ ਨੇ, ਪ੍ਰਭਾਤ ਦਾ ਸਮਾਂ ਹੋ ਗਿਆ ਆ, ਤੇ ਮਹਾਰਾਜ ਆਪ ਹੱਥ ਦੇ ਵਿੱਚ ਜਿਹੜਾ ਮਿਊਜ਼ੀਕਲ ਇੰਸਟਰੂਮੈਂਟ ਫੜ ਕੇ, ਆਪ ਸਾਜ਼ ਫੜ ਕੇ ਗੁਰੂ ਸਾਹਿਬ ਆਸਾ ਦੀ ਵਾਰ ਲਾਉਂਦੇ ਨੇ, ਆਪ ਉੱਥੇ ਬੈਠ ਕੇ ਰੱਬੀ ਤਰਾਨੇ ਗਾ ਰਹੇ ਨੇ, ਸ਼ਮਸ਼ੀਰਾਂ ਦੀਆਂ ਟਾਂਕਾਂ ਖੜਕ ਰਹੀਆਂ ਨੇ, ਘੋੜੇ ਹਿਣਕ ਰਹੇ ਨੇ, ਘੋੜਿਆਂ ਦੇ ਪੌੜ ਖੜਕਾਟ ਪਾ ਰਹੇ ਨੇ, ਤੇ ਚਾਰ ਛਪਰੇ ਆਵਾਜ਼ਾਂ ਆ ਰਹੀਆਂ ਨੇ, ਜੰਗ ਦੀਆਂ ਤੌਂਸੇ ਖੜਕ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਂਤ ਚਿੱਤ ਹੋ ਕੇ, ਮੈਂ ਇਹਨੂੰ ਅੱਜ ਦੇ ਕੌਨਟੈਕਸਟ ਵਿੱਚ ਵੀ ਬਾਤ ਪਾਵਾਂਗਾ। ਦੇਖੋ ਪੂਰਾ ਸਾਲ ਜਿਹੜਾ ਆ ਕੋਵਿਡ-19 ਕਰਕੇ ਬੜਾ ਚੈਲੰਜਿੰਗ ਸੀਗਾ ਸਾਰਿਆਂ ਵਾਸਤੇ। ਇਸ ਸਾਰੇ ਦੇ ਵਿੱਚ ਅਜੇ ਤੇ ਲੌਂਗਟੀਟਿਊਡ ਸਟੱਡੀਜ਼ ਬਹੁਤ ਸਾਰੀਆਂ ਆਉਣੀਆਂ ਨੇ, ਪਰ ਜਿਹੜਾ ਸਾਡੇ ਕੋਲ ਡਾਟਾ ਆਇਆ ਆ, ਉਹ 'ਚ ਪਤਾ ਲੱਗਦਾ ਆ ਘਰਾਂ ਦਾ ਡੋਮੈਸਟਿਕ ਐਨਵਾਇਰਨਮੈਂਟ ਜਿਹੜਾ ਆ ਉਹ ਬੜਾ ਖਰਾਬ ਹੋਇਆ। ਇਹ ਪਤਾ ਲੱਗਾ ਆ ਜਿਹੜੀ ਖਾਸ ਕਰਕੇ ਡੋਮੈਸਟਿਕ ਵਾਇਲੈਂਸ ਆ, ਇਹਦੇ 'ਚ ਬੜੀ ਇਜ਼ਾਫੇਦਾਰੀ ਹੋਈ ਹੈ। ਸਟ੍ਰੈਸ ਦੀ ਜਾਂ ਮੈਂਟਲ ਹੈਲਥ ਦੀ ਗੱਲ ਕਰੀਏ, ਉਹਦਾ ਤੇ ਮਤਲਬ ਕਹਿਣਾ ਹੀ ਕਿ ਉਹਦਾ ਗ੍ਰਾਫ ਇੰਨਾ ਬਿਲਕੁਲ ਹਾਈ ਚਲਾ ਗਿਆ। ਤੇ ਲੋਕੀ ਫਿਰ ਇਹ ਸਾਰੇ ਦੇ ਵਿੱਚ ਇਹ ਵੀ ਐਕਸਕਿਊਜ਼ ਬਣਾਉਂਦੇ ਵੀ ਕੀਤਾ ਕੀ ਜਾਏ। ਮੈਂ ਤੇ ਖੁਦ ਲੰਬੇ ਸਮੇਂ ਤੋਂ ਸਪਿਰਿਚੁਅਲ ਜਿਹੜਾ ਹੈਗਾ ਸਾਈਡਸ ਤੋਂ ਮਾਈਂਡਫੁਲਨੈਸ ਤੇ ਗੁਰਬਾਣੀ ਰਿਲੇਟਡ ਐਕਸਰਸਾਈਜ਼ਸ ਦੇ ਨਾਲ ਮੈਂਟਲ ਹੈਲਥ ਦੇ ਵਿੱਚ ਮਦਦ ਕਰਨ ਦੀ ਟਰਾਈ ਕਰਦਾ। ਤੇ ਉਹ 'ਚ ਬਾਤ ਇਹ ਹੁੰਦੀ ਹੈ, ਕਈ ਵਾਰ ਕਿਹਾ ਜਾਂਦਾ ਕਿ ਤੁਸੀਂ ਥੋੜ੍ਹਾ ਮੈਡੀਟੇਸ਼ਨ ਕਰੋ, ਬਾਣੀ ਪੜ੍ਹੋ, ਮਾਈਂਡਫੁਲ ਹੋਵੋ ਇਹਦੇ ਬਾਰੇ। ਤੇ ਸਾਰੇ ਮਾਹੌਲ 'ਚ ਲੋਕ ਕਹਿੰਦੇ ਕਿਵੇਂ ਕਰ ਸਕਦੇ ਆ, ਹਾਊ ਕੈਨ ਵੀ ਡੂ। There are few folks in our actually own house environment, they are giving us a hard time. So we are not able to do it. ਭਾਈ ਸਾਡਾ ਅਸੀਂ ਤੇ ਪਾਠ ਹੀ ਨਹੀਂ ਕਰ ਸਕਦੇ, ਸਾਡੇ ਲਈ ਤੇ ਹਾਲਤ ਆ। ਮੈਂ ਕਹਿੰਦਾ ਸਮੇਂ ਨੂੰ ਯਾਦ ਕਰੋ, ਜਦੋਂ ਜੰਗ ਹੋ ਰਹੀ ਹੈ, ਖੰਡਾ ਖੜਕ ਰਿਹਾ ਚਾਰ ਚੁਪੇਰੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੱਥ ਦੇ ਵਿੱਚ ਸਾਜ਼ ਫੜਿਆ, ਆਸਾ ਕੀ ਵਾਰ ਗਾ ਰਹੇ ਨੇ। ਸੋ ਇਸ ਤੋਂ ਵੱਡੀ ਬਾਤ ਐਗਜ਼ਾਮਪਲ ਕੀ ਹੋ ਸਕਦੀ ਹੈ। ਇਹ ਜਿਹੜੀਆਂ ਚੀਜ਼ਾਂ ਨੇ ਜਸਟ ਹਿਸਟਰੀ ਨਹੀਂ ਹੈ, ਇਹ ਸਾਡੇ ਵਾਸਤੇ ਸਿੱਖਿਆ ਦਾ ਇੱਕ ਵੱਡਾ ਕੇਂਦਰ ਹੈ। ਖੈਰ, ਇੱਥੇ ਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਸਿੱਖ ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਹੋਰ ਸੈਂਕੜੇ ਸ਼ਹਾਦਤ, ਜਾਮੇ ਸ਼ਹਾਦਤ ਪੀਂਦੇ ਨੇ। ਗੁਰੂ ਸਾਹਿਬ ਸਰਸਾ ਦਰਿਆ ਕ੍ਰਾਸ ਕਰਦੇ ਨੇ। ਮੈਂ ਬੀਤੇ ਕੱਲ ਬਿਲਕੁਲ ਇੱਥੇ ਇਸੇ ਰੂਪ ਵਿੱਚ ਬਿਆਨ ਕਰ ਰਿਹਾ ਸੀਗਾ, ਪਰ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਜੇ ਅਸੀਂ ਹਿਸਟਰੀ ਦੀ ਇੰਟਰਪ੍ਰੀਟੇਸ਼ਨ ਨਹੀਂ ਕਰਾਂਗੇ, ਜੇ ਉਸ ਦੀ, ਬਿਕੋਜ਼ ਐਜ਼ ਅ ਸਟੋਰੀ ਟੈਲਰ ਆਈ ਕੈਨ ਐਕਸਪਲੇਨ ਐਵਰੀਥਿੰਗ ਇਨ ਅ ਸਟੋਰੀ, ਇਨ ਅ ਕਾਈਂਡ ਆਫ in a storytelling way, but at the same time we have to understand what is the message
behind all this history, behind this all actually efforts. We have to grab it, that message we can apply in our day-to-day life. Then definitely this is the Guru's blessings. ਇਹੀ ਤੇ ਗੁਰੂ ਸਾਹਿਬ ਦੀ ਨਵਾਜ਼ਿਸ਼ ਆ, ਉਹ ਜਿਹੜੀ ਬਖਸ਼ਿਸ਼ ਹੈ ਸਾਡੇ ਵਾਸਤੇ। ਖੈਰ ਇੱਕ ਹੋਰ ਸ਼ਾਇਰਾਨਾ ਰੰਗ ਕਹਿ ਕੇ ਵਾਈਂਡ ਅਪ ਕਰ ਦੇਣਾ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਣੇ ਘੋੜੇ ਨੂੰ ਠਿੱਲਦੇ ਨੇ ਸਰਸਾ ਦਰਿਆ ਦੇ ਵਿੱਚ, ਤੇ ਜੇ ਘੋੜੇ ਦੀ ਜਿਹੜੀ ਹੈ ਵਾਗ ਜ਼ੋਰ ਲਾ ਕੇ ਖਿੱਚਦੇ, ਤੇ ਕਵੀ ਨੇ ਬੜੀ ਕਮਾਲ ਦੀ ਜਿਹੜੀ ਉੱਥੇ ਕਲਪਨਾ ਕੀਤੀ। ਤੇ ਉਹ ਕਹਿੰਦਾ ਹੈ ਕਿ ਜਿਹੜੀ ਅਨੰਦਪੁਰ ਨਗਰੀ ਹੈ ਨਾ, ਇਹ ਸਾਰੀ ਨਗਰੀ ਇੱਕ ਜੋਗਣ ਦਾ ਰੂਪ ਵਟਾ ਕੇ ਆ ਗਈ। ਤੇ ਉਸਨੇ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘੋੜੇ ਦੀ ਵਾਗ ਫੜ ਲਈ, ਤੇ ਉਹ ਆ ਕੇ ਕਹਿੰਦੀ ਹੈ ਕਿ ਨੀਲੇ ਦੇ ਸ਼ਾਹ ਸਵਾਰਾ, ਇੰਨਾ ਪਿਆਰ ਕੀਤਾ, ਇੰਨਾ ਸਨੇਹ ਕੀਤਾ, ਇੰਨੇ ਖਲੂਸ ਮੁਹੱਬਤ ਦੇ ਨਾਲ ਮੇਰੇ ਜ਼ਰਰਿਆਂ ਨੂੰ ਇੱਥੇ ਤੂੰ ਜ਼ਰਖੇਜ਼ ਬਣਾਇਆ ਆ। ਏਡੇ ਏਡੇ ਕਿਲੇ ਉਸਾਰੇ ਨਹੀਂ, ਮਹਿਲ ਉਸਾਰੇ ਨਹੀਂ, ਰੌਣਕਾਂ ਲਾਈਆਂ, ਕਿਤੇ ਹੋਲੇ ਮਹੱਲੇ ਦੀਆਂ, ਕਿਤੇ ਵਿਸਾਖੀ ਦੀਆਂ, ਕਿਤੇ ਸਭ ਇੰਨੇ ਰੰਗ ਵਿਖਾ ਦਿੱਤੇ ਨੇ ਇੰਨੇ ਥੋੜ੍ਹੇ ਜਿਹੇ ਸਮੇਂ 'ਚ। ਹੁਣ ਤੁਰ ਚੱਲਾ ਆ, ਇਹ ਸੋਚ ਕੇ ਹਿਰਦੇ ਨੂੰ ਸੱਲ ਪੈਂਦਾ ਆ। ਸੋ ਜਿਹੜਾ ਐਗਜ਼ੈਕਟ ਉਹਦੇ ਲਫ਼ਜ਼ ਨੇ ਉਸ ਤਰੀਕੇ ਨਾਲ ਉਹ ਕਹਿੰਦੇ ਨੇ ਕਿ ਉਹ ਜਿਹੜਾ ਆ ਵਾਗ ਫੜ ਕੇ ਗੁਰੂ ਸਾਹਿਬ ਦੇ ਘੋੜੇ ਦੀ ਉਹ ਕਹਿੰਦੀ ਹੈ, ਐਸੀ ਕੋਈ ਨਿਸ਼ਾਨੀ ਬਖਸ਼ੋ ਵੇਖਾਂਗੀ ਜਦ ਦਿਲ ਡੁੱਲੇਗਾ। ਕੋਈ ਇਹੋ ਜਿਹੀ ਨਿਸ਼ਾਨੀ ਬਖਸ਼ ਦਿਓ ਜਦੋਂ ਕਿਤੇ ਬੜੀ ਯਾਦ ਆਈ, ਦਿਲ ਭਰ ਆਇਆ ਕਿ ਮੇਰੇ ਉਸ ਦਿਲੇ ਦਿਲਾਵਰ ਦਿਲੇ ਮਹਿਬੂਬ ਨੇ ਜਿਹਨੇ ਮੈਨੂੰ ਵਸਾਇਆ ਸਾਰੇ ਨੂੰ ਇਸ ਰੂਪ ਦੇ ਵਿੱਚ, ਉਹਨੂੰ ਯਾਦ ਕਰਾਂ, ਉਹਦੀ ਨਿਸ਼ਾਨੀ ਵੇਖ ਕੇ ਦਿਲ ਨੂੰ ਧਾਰਸ ਵੱਜੇਗੀ। ਤੇ ਕਹਿੰਦੇ ਜਦੋਂ ਨੇ ਗੱਲ ਕਹੀ ਨਾ, ਐਸੀ ਕੋਈ ਨਿਸ਼ਾਨੀ ਬਖਸ਼ੋ ਵੇਖਾਂਗੀ ਜਦ ਦਿਲ ਡੁੱਲੇਗਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਘੋੜੇ ਦੀ ਵਾਗ ਨੂੰ ਖਿੱਚਦੇ ਨੇ ਆਪਣੇ ਵੱਲ ਨੂੰ, ਤੇ ਖਿੱਚ ਕੇ ਕਹਿੰਦੇ ਉਸ ਜੋਗਣ ਨੂੰ ਜਵਾਬ ਦਿੰਦੇ, ਕਹਿੰਦੇ ਕੈਸੀਆਂ ਭੋਲੀਆਂ ਗੱਲਾਂ ਕਰਦੀਆਂ, ਹਕੀਕਤ ਤੇ ਤੂੰ ਕਿਹੜੀਆਂ ਨਿਸ਼ਾਨੀਆਂ ਦੀਆਂ ਗੱਲਾਂ ਕਰਦੀ ਹੈ। ਹਕੀਕਤ ਇਹ ਹੈ, ਤੇਰਾ ਸਵਾਲ ਇਹ ਹੈ ਵੀ ਐਸੀ ਕੋਈ ਨਿਸ਼ਾਨੀ ਬਖਸ਼ੋ ਵੇਖਾਂਗੀ ਜਦ ਦਿਲ ਡੁੱਲੇਗਾ, ਮੇਰੀ ਨਹੀਂ ਨਿਸ਼ਾਨੀ ਰਹਿਣੀ। ਤੂੰ ਕਿਹੜੀਆਂ ਨਿਸ਼ਾਨੀਆਂ ਦੀ ਗੱਲ ਕਰਦੀ, ਮੇਰੀ ਤਾਂ ਆਪਣੀ ਕੋਈ ਨਿਸ਼ਾਨੀ ਨਹੀਂ ਛੱਡਣੀ, ਕੋਈ ਰਹਿਣੀ ਨਹੀਂ। ਹਾਂ, ਮੇਰੀ ਨਹੀਂ ਨਿਸ਼ਾਨੀ ਰਹਿਣੀ, ਪੰਥ ਦਾ ਇੱਕ ਨਿਸ਼ਾਨ ਝੁੱਲੇਗਾ। ਘਬਰਾ ਨਾ, ਤੂੰ ਵਸਦੀ ਰਹੇਂਗੀ, ਤੇਰੇ ਅਸਮਾਨਾਂ ਦੇ ਵਿੱਚ ਨੀਲੇ ਦੇ ਫਰਰੇ ਫਹਿਰਾਇਆ ਕਰਨਗੇ, ਜੋ ਇਸ ਰੂਪ ਵਿੱਚ ਕੇਸਰੀ ਨਿਸ਼ਾਨ ਫਹਿਰਾਇਆ ਕਰਨਗੇ। ਇੱਥੇ ਪੰਥ ਦਾ ਇੱਕ ਨਿਸ਼ਾਨ ਝੁੱਲੇਗਾ, ਇੱਥੇ ਪੰਥ ਦੇ ਤੌਂਸੇ ਖੜਕਿਆ ਕਰਨਗੇ। ਹਕੀਕਤ ਇਹ ਹੈ, ਸ਼ਹੀਦਾਂ ਨੂੰ ਯਾਦ ਕਰਨਾ ਸਿਰਫ ਰੁਦਨਮਈ ਨਹੀਂ ਹੁੰਦਾ। ਸ਼ਹੀਦ ਕੌਮ ਦੇ ਮਰਕਜ਼ ਨੂੰ, ਕੌਮ ਦੇ ਮਾਜ਼ੀ ਨੂੰ, ਕੌਮ ਦੇ ਮੁਸਤਕਬਿਲ ਨੂੰ, ਕੌਮ ਦੇ ਹਰ ਰੂਪ ਨੂੰ ਜਿਹੜਾ ਹੈ ਨਸ਼ਿਆਂ ਦਿੰਦੇ ਨੇ। ਸੋ ਇਹ ਜਿਹੜੀ ਚੀਜ਼ ਆ, ਇਸ ਨੂੰ ਆਪਣੇ ਦਿਲ ਵਿੱਚ ਅਸੀਂ ਆਉਣਾ ਹੈ। As time will permit, time will allow, I will continue my discussion about Guru Sahib's these martyrs. Please forgive me for mistakes. मैं इतने ਹੁਣ ਸਮਾਪਤੀ ਕਰ ਰਿਹਾ। ਰਾਗੀ ਵੀ ਰਾਗੇ ਨੇ, ਵੀਰ ਜੀ ਮਹਿਤਾਬ ਸਿੰਘ ਗਰੀ ਦਰਬਾਰ ਸਾਹਿਬ ਤੋਂ ਰਾਗੀ ਨੇ, ਬੜਾ ਸੁੰਦਰ ਬੜਾ ਭਾਵਪੂਰਤ ਕੀਰਤਨ ਆਪ ਨੂੰ ਸਰਵਨ ਕਰਵਾਉਣਗੇ। ਮੈਂ ਇੱਥੇ ਮਾਫੀ ਚਾਹਾਂਗਾ ਉਹਨਾਂ ਨੂੰ ਜੀ ਆਇਆਂ ਕਹਿੰਦੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।